ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਬਾਬਾ ਜੀਵਨ ਸਿੰਘ ਨੂੰ ਹੀ ਕਲਗੀ ਤੇ ਪੁਸ਼ਾਕਾ ਬਖਸ਼ਿਆ? ਕਿਉਂਕਿ ਕੁਝ ਲੋਕਾਂ ਦਾ ਦਾਅਵਾ ਹੈ कि ये जिहड़ी कलगी ते पुशाकक है ये बाबा संगत सिंह नूं दिता गया। असी 300 साल पहला है नहीं सी जी। जो समकाली इतिहासकार हैं, जो उन्होंने अपने गुरु साहब के दरबारी कवि हैं चाहे समकाली हैं, जो उन्होंने लिखा मैं उस आधार ते जे तुसी पढ़िया होवे कान सिंह नाभा ने बाबा जीवन सिंह की शहादत सरसा के कंढे के उपर ही करवाती है। ਜਿਹੜਾ 20 ਦਸੰਬਰ 1704 ਈਸਵੀ ਨੂੰ ਸਰਸਾ ਕੰਡੇ ਸ਼ਹੀਦ ਹੋਇਆ, ਉਹਨੂੰ ਭੁਲੇਖਾ ਲੱਗਿਆ ਹੈ ਸੰਤੋਖ ਸਿੰਘ। ਜੇ ਚਮਕੌਰ ਸਾਹਿਬ ਦੀ 40 ਸਿੰਘਾਂ ਦੀ ਲਿਸਟ ਹੀ ਵੇਖ ਲਈਏ ਜਿਹਦੇ ਵਿੱਚ ਸ਼ਹੀਦਾਂ ਦੇ ਨਾਮ ਨੇ, ਉਹਦੇ ਵਿੱਚ ਬਾਬਾ ਜੀਵਨ ਸਿੰਘ ਦਾ ਨਾਮ ਹੀ ਨਹੀਂ ਆਇਆ। ਮੈਂ ਦੱਸਦਾ ਤੁਹਾਨੂੰ ਇਹ ਨਾਮ ਹੈ ਸੀ। ਇਸ ਤੋਂ ਪਹਿਲਾਂ ਪਿਆ ਹੋਇਆ ਨਾਮ ਕਦੋਂ ਵੇਖਿਆ? ਤੁਹਾਡੇ ਕੋਲ ਕੀ ਸਬੂਤ ਹੈ? ਸਾਡੇ ਕੋਲ ਸਬੂਤ ਹੈ ਜੀ, ਅਸੀਂ ਇੱਥੇ ਦਰਸ਼ਨ ਮੇਲਾ ਕਰਨ ਜਾਂਦੇ ਚਮਕੌਰ ਸਾਹਿਬ। ਇਹ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਬਹੁਤ ਵੱਡਾ ਪਾੜ ਪਾ ਦੇਾਂਗੇ? ਨਹੀਂ ਪਾੜ, ਕੋਈ ਪਾੜ ਨਹੀਂ। ਜਿਹੜੇ ਅਸਲੀਅਤ ਇਹੀ ਹੈ, ਅਸਲ ਸੱਚ ਇਹੀ ਹੈ। ਹੁਣ ਕਲਗੀਆਂ ਵਾਲੇ ਨੇ ਕਲਗੀ ਸਿੱਖ ਨੂੰ ਦਿੱਤੀ, ਤੁਸੀਂ ਕੋਰਟ ਦੇ ਵਿੱਚ ਜਾ ਕੇ ਕੋਰਟ ਨੂੰ ਪੁੱਛਦੇ ਪਏ ਵੀ ਤੁਸੀਂ ਡਿਸਾਈਡ ਕਰੋ ਕਲਗੀ ਕਿਹਨੂੰ ਦਿੱਤੀ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਵੀ ਕੋਈ ਨਾ ਕੋਈ ਸ਼ਖਸੀਅਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ ਤੇ ਇੱਕ ਭਾਲ ਦੇ ਵਿੱਚ ਰਹਿਣਾ ਵਾ ਜਿਨ੍ਹਾਂ ਨੇ ਖੋਜ ਕੀਤੀ ਹੋਵੇ। ਐਸੇ ਖੋਜੀ ਜਨਾਂ ਨੂੰ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰ ਦਿਆਂ। ਅੱਜ ਦੋਸਤੋ ਮੇਰੇ ਇਸ ਪ੍ਰੋਗਰਾਮ ਕੌੜਾ ਸੱਚ ਦੇ ਵਿੱਚ ਮੇਰੇ ਨਾਲ ਨੇ ਬਾਬਾ ਜਸਵੰਤ ਸਿੰਘ ਕਾਰ ਸੇਵਾ ਵਾਲੇ, ਕੈਪਟਨ ਸਵਰਨ ਸਿੰਘ ਜੀਰਾ। ਤੇ ਮੈਂ ਥੋੜਾ ਜਿਹਾ ਤੁਹਾਨੂੰ ਵਿਸ਼ਾ ਦੇ ਦਿਆਂ ਕਿਉਂਕਿ ਸਰਦਾਰ ਸਾਹਿਬ ਨੇ ਕਿਤਾਬ ਲਿਖੀ ਹੈ ਅਸਲ ਸੱਚ 10ਵੇਂ ਪਾਤਸ਼ਾਹ ਵੱਲੋਂ ਕਲਗੀ ਅਤੇ ਪੁਸ਼ਾਕਾ ਬਖਸ਼ਣ ਦਾ। ਤੇ ਮੈਂ ਥੋੜਾ ਹਵਾਲਾ ਦੇ ਦਿਆਂ, ਲੰਮੇ ਸਮੇਂ ਤੋਂ ਇਹ ਚੀਜ਼ ਬੜੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਕਲਗੀ ਬਖਸ਼ੀ ਹੈ, ਕਲਗੀ ਕਿਹਨਾਂ ਨੂੰ ਬਖਸ਼ੀ ਹੈ? ਕੁਝ ਸੱਜਣਾ ਦਾ ਦਾਅਵਾ ਹੈ ਕਿ ਬਾਬਾ ਸੰਗਤ ਸਿੰਘ ਨੂੰ ਬਖਸ਼ੀ ਹੈ, ਕੁਝ ਸੱਜਣਾ ਦਾ ਦਾਅਵਾ ਹੈ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ੀ ਹੈ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਜੀ ਕਹਿ ਕੇ ਪੁਕਾਰਿਆ ਜਾਂਦਾ ਹੈ। ਪਰ ਸਵਾਲ ਇੱਥੇ ਫਿਰ ਖੜਾ ਹੋ ਜਾਂਦਾ ਹੈ ਵੀ ਜਦੋਂ ਇਸ ਤਰ੍ਹਾਂ ਦੀ ਚਰਚਾ ਛਿੜਦੀ ਹੈ ਤੇ ਤੱਥ ਸਬੂਤ ਕਿਸ ਗੱਲ ਦਾ ਪ੍ਰਮਾਣ ਦਿੰਦੇ ਨੇ, ਕਿਸ ਚੀਜ਼ ਨੂੰ ਸੱਚ ਮੰਨਿਆ ਜਾਵੇ? ਜੇ ਪ੍ਰਚਾਰਕਾਂ ਦੀ ਜ਼ੁਬਾਨ ਤੋਂ ਜੋ ਆਪਾਂ ਸੁਣਦੇ ਆ ਰਹੇ ਹਾਂ ਸੰਤ ਸਿੰਘ ਜਾਂ ਸੰਗਤ ਸਿੰਘ ਦਾ ਹਵਾਲਾ ਮਿਲਦਾ ਹੈ, ਤੇ ਜੇ ਇਸ ਤੋਂ ਵੀ ਥੋੜੀ ਜਿਹੀ ਪਿਛੋਕੜ ਗ੍ਰੰਥਾਂ ਵਿੱਚ ਚਲੇ ਜਾਈਏ ਕੁਛ ਨੇ ਥੋੜਾ ਜਿਹਾ ਦੋਹਾਂ ਦਾ ਹਵਾਲਾ ਜਿਹਾ ਦੇ ਦਿੱਤਾ ਹੈ। ਪਰ ਮੇਰਾ ਮਨ ਕਹਿੰਦਾ ਵੀ ਨਾਮ ਦੀ ਤਬਦੀਲੀ, ਆਓ ਇਹਨਾਂ ਨੂੰ ਪੁੱਛਦੇ ਹਾਂ ਸਰਦਾਰ ਜਸਵੰਤ ਸਿੰਘ ਜੀ ਨੂੰ ਵੀ ਕਦੋਂ ਤਬਦੀਲੀਆਂ ਹੋਈਆਂ, ਕਿਹੜੇ ਪਾਤਰਾਂ ਦੀਆਂ ਤਬਦੀਲੀਆਂ ਹੋਈਆਂ, ਤੇ ਤੁਸੀਂ ਕਿੰਨਾ ਤੱਥਾਂ ਦੇ ਆਧਾਰ ਤੇ ਇਸ ਗੱਲ ਦਾ ਠੋਕ ਕੇ ਦਾਅਵਾ ਕਰਦੇ ਹੋ ਕਿ ਕਲਗੀ ਜਿਹੜੀ ਹੈ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ੀ ਗਈ ਹੈ, ਬਾਬਾ ਸੰਗਤ ਸਿੰਘ ਨੂੰ ਕਲਗੀ ਨਹੀਂ ਬਖਸ਼ੀ ਗਈ? ਆਓ ਸਾਰੇ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਦੇ ਹਾਂ। ਕਿਉਂਕਿ ਦੋਸਤੋ ਮੈਂ ਤੁਹਾਨੂੰ ਥੋੜਾ ਜਿਹਾ ਜ਼ਿਕਰ ਫਿਰ ਕਰਦੇ ਹਾਂ। ਅੱਜ ਸਵੇਰੇ ਵੀ ਤਲਾਨੀਆਂ ਪਿੰਡ ਤੋਂ ਇੱਕ ਕਾਲ ਆਉਂਦੀ ਹੈ ਤੇ ਕਿਹਾ ਜਾਂਦਾ ਕਿ ਭਾਈ ਸਾਹਿਬ ਜੋ ਕਲਗੀ ਹੈ ਉਹ ਕਲਗੀ ਤਰਪਿਤਾ ਮਹਾਰਾਜ ਜੀ ਨੇ ਬਾਬਾ ਸੰਗਤ ਸਿੰਘ ਨੂੰ ਬਖਸ਼ੀ ਹੈ। ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਇਸ ਗੱਲ ਦਾ ਦਾਅਵਾ ਕਰਦੇ ਨੇ ਕਾਰ ਸੇਵਾ ਵਾਲੇ ਕਿ ਜੋ ਕਲਗੀ ਹੈ ਇਹ ਬਾਬਾ ਜੀਵਨ ਸਿੰਘ ਨੂੰ ਬਖਸ਼ੀ ਹੈ। ਪਰ ਮੈਂ ਕਹਿੰਦਾ ਇਹ ਫੈਸਲਾ ਅਸੀਂ ਆਪਸ ਦੇ ਵਿੱਚ ਨਹੀਂ ਕਰਨਾ, ਇਹ ਫੈਸਲਾ ਤੱਥਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ। ਆਓ ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈਂਦੇ ਹਾਂ ਕਿਉਂਕਿ ਇਹ ਮਾਮਲਾ ਕੋਰਟ ਦੇ ਵਿੱਚ ਵੀ ਜਾ ਚੁੱਕਾ ਹੈ, ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਜਾ ਚੁੱਕਾ ਹੈ, ਇਹ ਮਾਮਲਾ ਉੱਚ ਸੰਸਥਾਵਾਂ ਦੇ ਧਿਆਨ ਦੇ ਵਿੱਚ ਹੈ। ਆਓ ਜਾਣਨ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਾਬਾ ਜੀ ਹੋਰਾਂ ਨੂੰ ਤੇ ਕੈਪਟਨ ਸਾਹਿਬ ਹੋਰਾਂ ਨੂੰ ਅਸੀਂ ਦੋਵੇਂ ਹੱਥ ਜੋੜ ਕੇ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਬਿਨਾਂ ਕਿਸੇ ਹੋਰ ਜਾਣਕਾਰੀ ਦੇ ਇੱਕੋ ਜਾਣਕਾਰੀ ਲੈਣੀ ਚਾਹੁੰਦਾ ਵੀ ਤੁਸੀਂ ਇੱਕ ਸ਼ਬਦ ਲਿਖਿਆ ਅਸਲ ਸੱਚ, ਇਹਦਾ ਮਤਲਬ ਜੋ ਤੁਹਾਨੂੰ ਲੱਗਿਆ ਉਹ ਸੱਚ ਹੋ ਸਕਦਾ, ਇਹ ਸੱਚ ਕਿਸੇ ਹੋਰ ਨੂੰ ਸੱਚ ਨਾ ਲੱਗਦਾ ਹੋਵੇ, ਤੁਹਾਨੂੰ ਲੱਗਿਆ, ਤੁਸੀਂ ਲਿਖਿਆ ਵੀ ਅਸਲ ਸੱਚ 10ਵੇਂ ਪਾਤਸ਼ਾਹ ਵੱਲੋਂ ਕਲਗੀ ਅਤੇ ਪੁਸ਼ਾਕਾ ਬਖਸ਼ਣ ਦਾ। ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਬਾਬਾ ਜੀਵਨ ਸਿੰਘ ਨੂੰ ਹੀ ਕਲਗੀ ਤੇ ਪੁਸ਼ਾਕਾ ਬਖਸ਼ਿਆ? ਕਿਉਂਕਿ ਕੁਝ ਲੋਕਾਂ ਦਾ ਦਾਅਵਾ ਹੈ ਕਿ ਇਹ ਜਿਹੜੀ ਕਲਗੀ ਤੇ ਪੁਸ਼ਾਕਾ ਹੈ ਇਹ ਬਾਬਾ ਸੰਗਤ ਸਿੰਘ ਨੂੰ ਦਿੱਤਾ ਗਿਆ। ਅਸਲ ਸੱਚ ਜਿਹੜਾ ਹੈ ਮੈਂ ਆਪਣੇ ਕੋਲ ਨਹੀਂ ਕੁਝ ਵੀ ਕਹਿੰਦਾ। ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਇਤਿਹਾਸਕਾਰ ਹੈ, ਅਸੀਂ 300 ਸਾਲ ਪਹਿਲਾਂ ਹੈ ਨਹੀਂ ਸੀ ਜੀ। ਜੋ ਸਮਕਾਲੀ ਇਤਿਹਾਸਕਾਰ ਹੈ, ਜੋ ਉਹਨਾਂ ਨੇ ਆਪਣੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਹੈ ਚਾਹੇ ਸਮਕਾਲੀ ਹੈ, ਜੋ ਉਹਨਾਂ ਨੇ ਲਿਖਿਆ ਮੈਂ ਉਸ ਆਧਾਰ ਤੇ ਇਹ ਜਿਹੜੀ ਪੁਸਤਕ ਹੈ ਅਸਲ ਸੱਚ 10ਵੇਂ ਪਾਤਸ਼ਾਹ ਕਲਗੀ ਤੇ ਪੁਸ਼ਾਕਾ ਬਖਸ਼ਣ ਦਾ ਤਿਆਰ ਕੀਤੀ ਹੈ। ਹੁਣ ਜਿਸ ਤਰ੍ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਬੈਕਗਰਾਉਂਡ ਦਾ ਹੇਰਾ ਫੇਰੀਆਂ ਦੱਸਦਾ ਵੀ ਕਿਵੇਂ ਹੋਈਆਂ।
ਜਿਸ ਤਰ੍ਹਾਂ ਗੁਰਬਲਾਸ ਪਾਤਸ਼ਾਹੀ 10 ਲੇਖਕ ਕਵੀ ਕੋਇਰ ਸਿੰਘ ਪੰਨਾ 205 ਤੇ ਉਹ ਕਲਗੀ ਸੰਗਤ ਸਿੰਘ ਨੂੰ ਕਹਿੰਦਾ, ਲੇਕਿਨ ਪੰਨਾ 293 ਤੇ ਉਹ ਕਹਿੰਦਾ ਵੀ ਸੰਗਤ ਸਿੰਘ ਜਿਹੜਾ ਨਖਾਸ ਚੌਕ ਲਾਹੌਰ ਦੇ ਵਿੱਚ ਸ਼ਹੀਦ ਹੋਇਆ, ਉਹ ਕਲਗੀ ਤੇ ਪਿਛਾਕੇ ਬਾਰੇ ਸਪਸ਼ਟ ਨਹੀਂ। ਇਵੇਂ ਹੀ ਉਹ ਤੋਂ ਬਾਅਦ 1797 ਦੇ ਵਿੱਚ ਗੁਰਬਲਾਸ ਪਾਤਸ਼ਾਹੀ 10 ਸੁੱਖਾ ਸਿੰਘ ਉਹ ਵੀ ਕਹਿੰਦਾ ਕਲਗੀ ਸੰਤ ਸਿੰਘ ਦਿੱਤੀ ਹੈ, ਲੇਕਿਨ ਉਹ ਸੰਤ ਸਿੰਘ ਜਿਹੜਾ ਹੈ ਉਹ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਸ਼ਹੀਦ ਹੋ ਗਿਆ, ਸੰਤ ਸਿੰਘ ਅਰੋੜਾ, ਉਹ ਵੀ ਗੱਲ ਕਲਗੀ ਹੋ ਗਈ। ਤੀਜਾ ਉਸ ਤੋਂ ਬਾਅਦ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜੀ, ਭਾਈ ਸੰਤੋਖ ਸਿੰਘ, ਉਹ ਪੰਨਾ 805-6 ਤੇ ਕਹਿੰਦਾ ਜੇ ਸੰਤ ਸਿੰਘ ਦਿੱਤੀ ਦੋਨੋਂ ਪੂਜਣਗੇ, ਮੈਂ ਇਸ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ। ਲੇਕਿਨ ਉਹਦੇ 'ਚ ਇੱਕ ਸ਼ਰਾਰਤ ਕਰੀ ਕਿਸੇ ਨੇ, ਜਿਹਨੇ ਕਵੀ ਸੰਤੋਖ ਸਿੰਘ ਨਹੀਂ ਕਰ ਸਕਦਾ, ਜਿਹਨੇ ਬਾਅਦ 'ਚ ਸੰਪਾਦਨ ਕੀਤਾ, ਉਹਨੇ ਥੱਲੇ ਇੱਕ ਨੋਟ ਦਿੱਤਾ ਵੀ ਗੁਰਬਲਾਸ ਪਾਤਸ਼ਾਹੀ 10 ਦਾ ਲੇਖਕ ਸੁੱਖਾ ਸਿੰਘ ਕਹਿੰਦਾ ਕਲਗੀ ਸੰਗਤ ਸਿੰਘ ਦਿੱਤੀ। ਸੁੱਖਾ ਸਿੰਘ ਨੇ ਸੰਤ ਸਿੰਘ ਦਾ ਨਾਂ ਲਿਖਿਆ, ਇਹ ਹੇਰਾਫੇਰੀ ਕੀਤੀ। ਉਸ ਤੋਂ ਬਾਅਦ ਗੁਰਪ੍ਰਤਾਪ ਸੂਰਜ ਆ ਜੋ ਆਪਣੇ ਇਹਦੇ 'ਚ ਮਹਾਨ ਕੋਸ਼ ਲੇਖਕ ਭਾਈ ਕਾਨ ਸਿੰਘ ਨਾਭਾ, ਉਹਨਾਂ ਨੇ ਤਾਂ ਜਿਹੜੀ ਸ਼ਹਾਦਤ ਦਾ ਜ਼ਿਕਰ ਹੈ, ਜੇ ਤੁਸੀਂ ਪੜ੍ਹਿਆ ਹੋਵੇ, ਕਾਨ ਸਿੰਘ ਨਾਭਾ ਨੇ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਸਰਸਾ ਦੇ ਕੰਢੇ ਦੇ ਉੱਪਰ ਹੀ ਕਰਵਾਤੀ ਹੈ। ਮੈਂ ਦੱਸਦਾ ਜੀ, ਉਹ ਕਹਿੰਦੇ ਕਿ ਉਹ ਚਮਕੌਰ ਦੀ ਹਵੇਲੀ ਜਾਂ ਗੜੀ ਦੇ ਵਿੱਚ ਗਏ ਹੀ ਨਹੀਂ, ਤੇ ਫਿਰ ਕਲਗੀ ਪੁਸ਼ਾਕਾ ਜਿਹੜਾ ਇਹ ਕਿਵੇਂ ਆ ਗਿਆ ਉਹਨਾਂ ਕੋਲ? ਦੱਸਦਾ ਤੁਹਾਨੂੰ, ਸੰਗਤ ਸਿੰਘ 5 ਹੋਏ ਜੀ। ਹਾਂਜੀ, ਪਹਿਲਾ ਸੰਗਤ ਸਿੰਘ ਪ੍ਰੇਮਾ, ਉਹਦੇ ਬਾਪ ਦਾ ਨਾਮ ਪ੍ਰੇਮਾ ਜੀ। ਜਿਹੜਾ ਜੀਵਨ ਸਿੰਘ, ਉਹਦੇ ਬਾਪ ਦਾ ਨਾਮ ਪ੍ਰੇਮਾ, ਜਿਹੜਾ ਕਿ ਕਲਮੋੜ ਜੰਗ ਸ਼ਹੀਦ ਹੋਇਆ। ਦੂਜਾ ਸੰਗਤ ਸਿੰਘ, ਦੂਜਾ ਜੀਵਨ ਸਿੰਘ ਪੁੱਤਰ ਰਲਾ ਪਾਸੀ ਗਗੋਮਾਇਲ, ਇਹ ਗੁਰੂ ਅਰਜਨ ਦੇਵ ਜੀ ਦੇ ਟਾਈਮ 'ਚ ਹੋਇਆ ਜੀ। ਤੀਜਾ ਜੀਵਨ ਸਿੰਘ ਪਿਤਾ ਉਹਦਾ ਆਗਿਆ, ਦਾਦਾ ਦੁੱਲਾ ਵਾਸੀ ਦਿੱਲੀ, ਜਿਹੜਾ 20 ਦਸੰਬਰ 1704 ਈਸਵੀ ਨੂੰ ਸਰਸਾ ਕੰਢੇ ਸ਼ਹੀਦ ਹੋਇਆ। ਉਹਨੂੰ ਭੁਲੇਖਾ ਲੱਗਿਆ ਇਹ ਸੰਤੋਖ ਸਿੰਘ, ਕਿਉਂਕਿ ਸੰਤੋਖ ਸਿੰਘ ਨੇ ਹੋਰ ਤੱਥ ਵੀ ਬੜੇ ਗਲਤ ਕੀਤੇ, ਮੈਂ ਅੱਗੇ ਜਾ ਕੇ ਉਹਨਾਂ ਦਾ ਜ਼ਿਕਰ ਕਰਦਾ। ਸੋ ਚੌਥਾ ਜੀਵਨ ਸਿੰਘ ਜਿਹੜਾ ਗੁਰੂ ਸਾਹਿਬ ਆਪਣੇ ਮਾਛੀਵਾੜੇ ਉਹਦੇ 'ਚ ਰਹੇ ਸੀ, ਚਵਾਰੇ 'ਚ। ਤੇ ਪੰਜਵਾਂ ਜੀਵਨ ਸਿੰਘ ਸਪੁੱਤਰ ਭਾਈ ਸਦਾਨੰਦ ਜੀ, ਜਿਹੜਾ 23 ਦਸੰਬਰ 1704 ਵਿੱਚ ਚਮਕੌਰ ਜੰਗ ਸ਼ਹੀਦ ਹੋਇਆ। ਇਹ 5 ਜੀਵਨ ਸਿੰਘ ਹੋਏ। ਸੋ ਉਹਨੇ ਇਹਦੇ ਨਾਲ ਰਲਗੜ ਕਰਤਾ। ਪਰ ਜੇ ਤੁਹਾਡੀ ਮੰਨ ਲਈਏ ਕਿ ਜਿਸ ਬਾਬਾ ਜੀਵਨ ਸਿੰਘ ਨੂੰ ਕਲਗੀ ਤੇ ਪੁਸ਼ਾਕਾ ਦੇਣ ਦਾ ਤੁਸੀਂ ਹਵਾਲਾ ਦਿੰਦੇ ਹੋ ਜਾਂ ਤੁਸੀਂ ਜ਼ਿਕਰ ਕਰਦੇ ਹੋ, ਜੇ ਚਮਕੌਰ ਸਾਹਿਬ ਦੀ 40 ਸਿੰਘਾਂ ਦੀ ਲਿਸਟ ਹੀ ਵੇਖ ਲਈਏ ਜਿਹਦੇ ਵਿੱਚ ਸ਼ਹੀਦਾਂ ਦੇ ਨਾਮ ਨੇ, ਉਹਦੇ ਵਿੱਚ ਬਾਬਾ ਜੀਵਨ ਸਿੰਘ ਦਾ ਨਾਮ ਹੀ ਨਹੀਂ ਹੈ। ਮੈਂ ਦੱਸਦਾ ਤੁਹਾਨੂੰ, ਇਹ ਨਾਮ ਹੈ ਸੀ। ਹਾਂ, ਇਹ ਨਾਮ ਕਦੋਂ ਸੀ? ਇਹ ਬੜਾ ਸ਼ੁਰੂ ਤੋਂ ਚੱਲਿਆ ਆਉਂਦਾ। ਕਦੋਂ ਸੀ? ਤੁਸੀਂ ਕਦੋਂ ਦੇਖਿਆ? ਅਸੀਂ ਤਾਂ 6 ਸਤੰਬਰ ਨੂੰ ਦੇਖਿਆ ਵੀ ਨਾ ਕੱਢਿਆ ਨਾ, ਆਹ ਸਾਲ ਹੁਣ ਨਹੀਂ, ਤੁਸੀਂ ਕੱਢਿਆ ਨਾਮ ਵੇਖਿਆ। ਇਸ ਤੋਂ ਪਹਿਲਾਂ ਪਿਆ ਹੋਇਆ ਨਾਮ ਕਦੋਂ ਵੇਖਿਆ? ਤੁਹਾਡੇ ਕੋਲ ਕੀ ਸਬੂਤ ਹੈ? ਸਾਡੇ ਕੋਲ ਸਬੂਤ ਹੈ ਜੀ, ਅਸੀਂ ਇੱਥੇ ਦਰਸ਼ਨ ਮੇਲਾ ਕਰਨ ਜਾਂਦੇ ਚਮਕੌਰ ਸਾਹਿਬ। ਮੈਂ ਉੱਥੇ ਸੇਵਾ ਕਰਦੇ ਰਿਹਾ 2/10/1987 ਤੋਂ, ਬਾਬਾ ਜੀ ਦੇ ਸ਼ਹੀਦੀ ਸਥਾਨ ਦੀ ਸੇਵਾ ਕੀਤੀ ਉੱਥੇ। ਮੈਂ ਉਦੋਂ ਹੈ ਸੀ ਨਾ, ਸਭ ਕੁਝ ਸੀ। ਇਹ ਹੇਰਾਫੇਰੀ ਕਦੋਂ ਹੋਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ? ਇਹ ਹੇਰਾਫੇਰੀ ਪਤਾ ਨਹੀਂ ਕਦੋਂ ਲੱਗੀ, ਕਿਉਂਕਿ ਕਦੇ ਮੁੜ ਕੇ ਗਏ ਨਹੀਂ, ਜਾਣੇ ਮਾੜਾ ਦਰਸ਼ਨ ਕੀਤੇ ਆ ਗਏ। ਉਹ ਤਾਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਜੋ ਨਾਂ ਕੱਢਤਾ। ਅੱਛਾ, ਦੂਜੀ ਗੱਲ ਸੰਤੋਖ ਸਿੰਘ ਦੀ ਨਾ, ਇਹਦੀ ਗੱਲ ਕਰ ਰਹੇ ਆਪਾਂ, ਕਾਨ ਸਿੰਘ ਨਾਭਾ ਦੀ। ਪੰਨਾ 240 ਤੇ ਕਾਨ ਸਿੰਘ ਨਾਭਾ ਜਿਹੜਾ ਹੈ ਮਹਾਨ ਕੋਸ਼ ਦੇ ਪੰਨਾ 240 ਤੇ, ਉਹਨੇ ਸੁੱਖਾ ਸਿੰਘ ਦੀ ਰਚਨਾ ਦਾ ਹਵਾਲਾ ਦਿੱਤਾ। ਲੇਕਿਨ ਉੱਥੇ ਕੀ ਕੀਤਾ ਉਹਨੇ, ਨਾ ਜਿਹੜਾ ਕਵਿਤਾ ਤੋਂ ਵਾਰਤਕ ਬਣਾ ਕੇ ਲਿਖਤਾ, ਨਾ ਜਿਹੜਾ ਹੈ ਸੰਤ ਸੋਬਤ ਕੇ ਸੰਗਤ ਸਿੰਘ ਕਰਤਾ। ਪੰਨਾ 243 ਤੇ ਉਹਨੇ ਹਵਾਲਾ ਦਿੱਤਾ ਗੁਰਪ੍ਰਤਾਪ ਸੂਰਜ ਗ੍ਰੰਥ ਦਾ। ਲੇਕਿਨ ਉਹਦੇ 'ਚ ਉਹਨੇ ਕੀ ਕੀਤਾ, ਨਾਮ ਉੱਥੇ ਜਿਹੜਾ ਹੈਗਾ ਉਹਦੇ ਗੁਰਪ੍ਰਤਾਪ ਦੇ ਵਿੱਚ ਕਿਹਾ ਵੀ ਨਾ ਕਲਗੀ ਸੰਗਤ ਸਿੰਘ ਦਿੱਤੀ ਜਾਂ ਸੰਤ ਸਿੰਘ ਦਿੱਤੀ, ਦੋਨੋਂ ਪੂਜਣਯੋਗ ਹੈ। ਲੇਕਿਨ ਉਹਨੇ ਥੱਲੇ ਸੰਤ ਸਿੰਘ ਦਾ ਪਾਤਾ। ਪੰਨਾ 981 ਤੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਜਫਰਨਾਮਾ, ਉਹਦਾ ਜ਼ਿਕਰ ਕਿਹਾ ਵੀ 40 ਸਿੰਘ ਜਿਹੜੇ ਹੈ, 40 ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਨੇ ਇਹ ਨਾਮ ਲਿਖੇ, ਜਿਹੜੇ ਕਿ ਗਲਤ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਫ ਇੰਨਾ ਦੱਸਿਆ ਜਫਰਨਾਮੇ 'ਚ ਵੀ ਮੇਰੇ 40 ਸਿੰਘ ਭੁੱਖੇ ਸੀ ਤੇ ਦੂਜੇ ਪਾਸੇ 10 ਲੱਖ ਫੌਜ ਸੀ। ਉਹਨੇ ਗਿਣਤੀ ਦੱਸੀ, ਨਾ ਕਿ ਨਾਂ। ਲੇਕਿਨ ਇਹਨਾਂ ਨੇ ਉਹਦੇ 'ਚ ਨਾਂ ਦਿੱਤੇ ਆਪਣੇ ਭਾਈ ਸੰਤੋਖ ਸਿੰਘ ਨੇ। ਕਿਸੇ ਇੱਕ ਗ੍ਰੰਥ ਦੇ ਵਿੱਚ ਵੀ 40 ਸਿੰਘਾਂ ਦੇ ਨਾਮ ਨਹੀਂ। ਹੁਣ ਜਿਸ ਤਰ੍ਹਾਂ ਗੁਰਪ੍ਰਤਾਪ ਸੂਰਜ ਉਹਦੇ 'ਚ 28 ਨਾਂ, ਹੋਰ ਗ੍ਰੰਥ ਹੈ ਕਿਸੇ 'ਚ 5 ਨਾਂ, ਕਿਸੇ 40 ਨਾਂ ਕਿਸੇ ਨਹੀਂ। ਜਿਹੜੇ 40 ਨਾਂ ਇਹਨੇ ਦਿੱਤੇ ਹੈ ਉਹਦੇ ਨਾਲ ਮੇਲ ਨਹੀਂ ਖਾਂਦੇ ਗੁਰਪ੍ਰਤਾਪ ਸੂਰਜ ਗ੍ਰੰਥ ਨਾਲ, ਬਾਕੀ ਗ੍ਰੰਥਾਂ ਨਾਲ ਆਪਣੀ ਮਰਜ਼ੀ ਨਾਲ ਪਤਾ ਨਹੀਂ ਕਿੱਥੋਂ ਪਾਤੇ। 40 ਨਾਂ ਉਹ ਪਾਤੇ, 2 ਨਾਂ ਇਹਨੇ ਹੋਰ ਪਾਤੇ ਜਿਹੜੇ ਹੈ ਉਹ ਪਤਾ ਨਹੀਂ ਕਿੱਥੋਂ ਪਾਏ। ਸ਼੍ਰੋਮਣੀ ਕਮੇਟੀ ਨੇ ਆਪਣੇ ਕੋਲੋਂ 2 ਨਾਂ ਲਿਖਤੇ, ਇੱਕ ਕੋਠਾ ਸਿੰਘ ਦਾ, ਇੱਕ ਭਾਈ ਮਦਨ ਸਿੰਘ ਦਾ, ਇੱਕ ਸੰਗਤ ਸਿੰਘ ਦਾ ਉਹਦੇ 'ਚ ਨਾਂ ਲਿਖਿਆ। 40 ਸਿੰਘਾਂ ਸੀ, ਸੰਗਤ ਸਿੰਘ ਦਾ ਨਾਂ ਵੀ ਹੈ ਨਹੀਂ ਜੋ। ਅੱਛਾ, 40 ਸਿੰਘਾਂ ਦੇ ਵਿੱਚ ਬਾਬਾ ਸੰਗਤ ਸਿੰਘ ਦਾ ਨਾਮ ਹੈ ਨਹੀਂ? ਦਾ ਨਾਮ ਵੀ ਨਹੀਂ, ਕਾਨ ਸਿੰਘ ਨਾਭੇ ਨੇ ਕਰਿਆ।
ਸੋ ਕਾਹਨ ਸਿੰਘ ਨਾਭੇ ਨੇ 3 ਵੱਡੀਆਂ ਗਲਤੀਆਂ ਕੀਤੀਆਂ। ਹੁਣ ਆ ਜੋ ਤੁਸੀਂ ਆਪਣਾ ਉਹਦਾ 'ਚ ਗਿਆਨੀ ਗਿਆਨ ਸਿੰਘ ਪਰ ਉਹ ਪੰਥ ਪ੍ਰਕਾਸ਼ ਵਿੱਚ ਕਹਿੰਦਾ ਪੰਨਾ 205 ਤੇ ਵੀ ਕਲਗੀ ਜਿਹੜੀ ਸੰਸੀ ਨੂੰ ਮਿਲੀ ਹੈ, ਲੇਕਿਨ ਤਵਾਰੀ ਗੁਰੂ ਖਾਲਸਾ ਭਾਗ ਪਹਿਲਾ ਉਹ 13 ਸਾਲ ਬਾਅਦ ਲਿਖੀ 1897 ਚ, ਉਹ ਚ ਕਹਿੰਦਾ ਕਲਗੀ ਸੰਗਤ ਸਿੰਘ ਦਿੱਤੀ। ਫਿਰ ਉਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਪੰਨਾ 288 ਤੇ ਕਹਿੰਦਾ ਵੀ ਜੀਵਨ ਸਿੰਘ ਜਿਹੜਾ ਹੈ ਉਹ 23 ਨਹੀਂ, ਤਰੀਕ ਪੰਥ ਪ੍ਰਕਾਸ਼ ਤੇ ਪ੍ਰਾਚੀਨ ਪੰਥ ਪ੍ਰਕਾਸ਼ ਦੋ ਵੱਖੋ ਵੱਖਰੇ ਚੀਜ਼ਾਂ ਨੇ ਨਾ। ਪਰ ਜਿਹੜਾ ਪੰਥ ਪ੍ਰਕਾਸ਼ ਉਹ ਗਿਆਨ ਸਿੰਘ ਦਾ ਲਿਖਿਆ ਹੈ, ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਲਿਖਿਆ, ਭੰਗੂ ਦਾ ਲਿਖਿਆ ਜੀ। ਰਤਨ ਸਿੰਘ ਜਿਹੜਾ ਰਤਨ ਸਿੰਘ ਇਹ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਰਤਨ ਸਿੰਘ ਭੰਗੂ ਦਾ, ਉਹ ਚ ਲਿਖਿਆ ਜੀਵਨ ਸਿੰਘ ਰੇਟੇ ਬੰਦੂਖੀ ਖੂਬ ਅਖਵਾਵੇ, ਏਕ ਬੁਰਜ ਕੇ ਮੱਧ ਮੇ ਉਹ ਏਕ ਲੀਤਾ ਪਾਵੇ, ਵੀ ਕੱਲੇ ਹੀ ਬੁਰਜ ਵਿੱਚ ਬੈਠਾ ਸੀ, ਕੱਲੇ ਰੋਕ ਰਿਹਾ ਸੀ, ਇਹਦਾ ਮਤਲਬ ਉਹ ਕਲਗੀ ਉਹਦੇ ਸੀਸ ਤੇ ਸੀ। ਸੋ ਇਸ ਕਰਕੇ ਇਹ ਜਿਹੜੇ ਭਰਮ ਭੁਲੇਖੇ ਹੈ ਇਹ ਪਏ ਹੈ। ਆਪਾਂ ਇੰਜ ਕਹਿ ਸਕਦੇ ਆ ਵੀ ਕੋਈ ਐਸਾ ਆ ਜਿਹੜਾ ਸਰਸਾ ਦੇ ਕੰਢੇ ਤੇ ਸ਼ਹਾਦਤ ਲਿਖਦਾ ਹੈ, ਕੋਈ ਚਮਕੌਰ ਦੀ ਹਵੇਲੀ ਵਿੱਚ ਲਿਖਦਾ ਹੈ, ਕੋਈ ਸੰਤ ਸਿੰਘ ਲਿਖਦਾ ਹੈ, ਕੋਈ ਸੰਗਤ ਸਿੰਘ ਲਿਖਦਾ ਹੈ, ਕੋਈ ਜੀਵਨ ਸਿੰਘ ਲਿਖਦਾ ਹੈ ਨਾ। ਹੁਣ ਆਪਣੇ ਕੋਲ ਕਿੱਡਾ ਵੱਡਾ ਇੱਕ ਭੁਲੇਖਾ ਆ ਗਿਆ। ਤੇ ਕਰਮ ਸਿੰਘ ਸਟੋਰੀਅਨ ਦੀ ਇੱਥੇ ਗੱਲ ਬੜੀ ਪਿਆਰੀ ਲੱਗਦੀ, ਕਹਿੰਦੇ ਇਤਿਹਾਸ ਲਿਖਣਾ ਇੰਜ ਹੈ ਜਿਵੇਂ ਮਨ ਵਿੱਚੋਂ ਕਣ ਲੱਭਣਾ ਹੈ ਨਾ। ਹੁਣ ਮਨ ਦੇ ਵਿੱਚੋਂ ਕਣ ਲੱਭਣਾ ਆਪਾਂ, ਤੁਸੀਂ ਫਿਰ ਕਿਹੜੇ ਐਸੇ ਹਵਾਲੇ ਦਿੱਤੇ ਜਿਹਦੇ ਵਿੱਚ ਤੁਸੀਂ ਦਾਅਵਾ